ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁੱਧ ਗੁਰਬਾਣੀ ਉਚਾਰਨ ਦੇ ਨਿਯਮਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਕਿਸੇ ਸ਼ਬਦ ਦਾ ਅੰਤਲਾ ਅੱਖਰ ਜਦੋਂ ਨਾ ਨੰਨਾ ਆਉਂਦਾ ਹੈ ਤਾਂ ਉਸ ਦਾ ਉਚਾਰਨ ਕਿਵੇਂ ਹੁੰਦਾ ਹੈ, ਇਸ ਬਾਰੇ ਅਸੀਂ ਵਿਚਾਰ ਕਰਾਂਗੇ। ਜਿਸ ਸ਼ਬਦ ਦਾ ਅੰਤਲਾ ਅੱਖਰ ਮੁਕਤਾ ਨੰਨਾ ਹੋਵੇ ਅਤੇ ਇਸ ਤੋਂ ਪਹਿਲੇ ਅੱਖਰ ਨਾਲ ਸਿਆਰੀ ਜਾਂ ਔਂਕੜ ਲੱਗਿਆ ਹੋਵੇ ਜਾਂ ਲਾਮ ਲੱਗੀ ਹੋਵੇ ਤਾਂ ਉਸ ਨੂੰ ਸ਼ਬਦ ਨਾਲ ਮਿਲਾ ਕੇ ਨਹੀਂ ਪੜ੍ਹਿਆ ਜਾਂਦਾ, ਉਹਦੇ ਨਾਲ ਅਰਥ ਜਿਹੜੇ ਨੇ ਉਹ ਵਿਗੜ ਜਾਂਦੇ ਨੇ। ਜਿਸ ਸ਼ਬਦ ਦਾ ਅੰਤਲਾ ਅੱਖਰ ਨਾ ਨੰਨਾ ਸਿਆਰੀ ਜਾਂ ਔਂਕੜ ਸਹਿਤ ਹੋਵੇ ਤਾਂ ਉਹ ਨੰਨਾ ਅਡਰਾ ਕਰਕੇ ਨਹੀਂ ਪੜ੍ਹਿਆ ਜਾ ਸਕਦਾ, ਉਸ ਦਾ ਉਚਾਰਨ ਸ਼ਬਦ ਦੇ ਨਾਲ ਹੀ ਕੀਤਾ ਜਾਂਦਾ ਹੈ। ਤਾਂ ਇਹ ਦੋ ਨਿਯਮ ਨੇ। ਜੇ ਸ਼ਬਦ ਦਾ ਆਖਰੀ ਅੱਖਰ ਨੰਨਾ ਹੈ ਅਤੇ ਉਸ ਦੇ ਨਾਲ ਕੋਈ ਲਗ ਮਾਤਰ ਨਹੀਂ ਲੱਗੀ ਹੋਈ ਅਤੇ ਉਸ ਤੋਂ ਪਿਛਲੇ ਅੱਖਰ ਨਾਲ ਲਗ ਮਾਤਰ ਲੱਗੀ ਹੋਈ ਹੈ ਤਾਂ ਉਹ ਨੰਨਾ ਅਸੀਂ ਪਿਛਲੇ ਪੂਰੇ ਸ਼ਬਦ ਨਾਲ ਜੋੜ ਕੇ ਨਹੀਂ ਪੜ੍ਹ ਸਕਦੇ, ਉਹਨੂੰ ਅੱਡ ਕਰਕੇ ਪੜ੍ਹਨਾ ਪੈਣਾ। ਜੇ ਆਖਰੀ ਨੰਨਾ ਜਿਹੜਾ ਹੈ ਉਸ ਨੂੰ ਔਂਕੜ ਸਿਆਰੀ ਕੁਝ ਵੀ ਮਾਤਰਾ ਲੱਗੀ ਹੈ, ਉਸ ਨੰਨੇ ਨੂੰ ਅਸੀਂ ਵੱਖਰਾ ਕਰਕੇ ਨਹੀਂ ਪੜ੍ਹ ਸਕਦੇ, ਪਿਛਲੇ ਪੂਰੇ ਸ਼ਬਦ ਨਾਲ ਮਿਲਾ ਕੇ ਪੜ੍ਹਨਾ ਹੈ। ਇਹਦੇ ਦ੍ਰਿਸ਼ਟਾਂਤ ਦੇਖੋ ਗੁਰਬਾਣੀ ਵਿੱਚੋਂ। ਤਹਾਂ ਚੰਦ ਨਾ ਸੂਰਜ ਪੌਣਾ ਪਾਣੀ, ਇੱਥੇ ਚੰਦ ਦੇ ਚੱਚੇ ਨੂੰ ਟਿੱਪੀਏ, ਦੱਦੇ ਨੂੰ ਔਂਕੜ ਦੇ ਨੰਨਾ ਲਾਸ਼ ਉੱਪਰ ਮੁਕਤਾ ਹੈ। ਇੱਥੇ ਅਸੀਂ ਇਸ ਨੂੰ ਚੰਦੁਨ ਨਹੀਂ ਪੜ੍ਹ ਸਕਦੇ, ਚੰਦ ਨਾ ਸੂਰਜ ਪੜ੍ਹਨਾ ਪੈਣਾ। ਚੰਦ ਸੂਰਜ ਦੀ ਗੱਲ ਹੈ, ਚੰਦ ਨਾ ਸੂਰਜ, ਕਿਉਂਕਿ ਦੱਦੇ ਨੂੰ ਮਾਤਰਾ ਲੱਗੀ ਹੋਈ ਹੈ, ਨੰਨਾ ਅੱਗੇ ਮੁਕਤਾ ਹੈ। ਇੱਥੇ ਨੰਨਾ ਅਸੀਂ ਰਲਾ ਕੇ ਨਹੀਂ ਪੜ੍ਹ ਸਕਦੇ। ਸ਼ੁੱਧ ਪਾਠ ਹੋਵੇਗਾ ਤਾਂ ਚੰਦ ਨਾ ਸੂਰਜ ਪੌਣਾ ਪਾਣੀ, ਇਸ ਨਾਲ ਲੱਖ ਕਰੋੜੀ ਬੰਦ ਨਾ ਭਰੈ। ਇੱਥੇ ਬੰਦ ਦੇ ਬੱਬੇ ਉੱਪਰ ਟਿੱਪੀ, ਤੱਦੇ ਨੂੰ ਔਂਕੜ ਹੈ, ਨੰਨਾ ਲਾਸਟ ਉੱਪਰ ਮੁਕਤਾ ਹੈ। ਲਿਹਾਜ਼ਾ ਇਹ ਨੰਨਾ ਪਿਛਲੇ ਸ਼ਬਦ ਬੰਦ ਨਾਲ ਰਲਾ ਕੇ ਪੜ੍ਹਨਾ ਇਹ ਅਸ਼ੁੱਧ ਅਰਥ ਹੋਣਗੇ। ਤੋ ਪਾਠ ਹੋਏਗਾ ਲੱਖ ਕਰੋੜੀ ਬੰਦ ਨਾ ਭਰੈ, ਨਾ ਬੱਕ ਕਰਕੇ ਕਰਨਾ ਪਏਗਾ। ਹੁਣ ਤੁਸੀਂ ਅੱਗੇ ਜਾ ਕੇ ਉਹ ਬਣਗੀਆਂ ਦੇਖੋ, ਜਿੱਥੇ ਨੰਨੇ ਨਾਲ ਕੁਝ ਮਾਤਰਾ ਲੱਗੀ ਹੋਵੇ ਆਖਰੀ ਨੰਨੇ ਨਾਲ, ਅਤੇ ਉਹ ਅਸੀਂ ਵੱਖ ਕਰਕੇ ਨਹੀਂ ਪੜ੍ਹ ਸਕਦੇ। ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਤਾਤ, ਇੱਥੇ ਚੰਦਨ ਦੇ ਚੱਚੇ ਉੱਪਰ ਟਿੱਪੀਏ, ਦੱਦਾ ਅਤੇ ਨੰਨੇ ਨੂੰ ਔਂਕੜ ਹੈ, ਨੰਨਾ ਔਂਕੜ ਸਹਿਤ ਆਇਆ ਹੈ। ਇਸ ਨੂੰ ਪਿਛਲੇ ਸ਼ਬਦ ਨੂੰ ਵੱਖਰਾ ਕਰਕੇ ਨਹੀਂ ਪੜ੍ਹਿਆ ਜਾ ਸਕਦਾ। ਚੰਦ ਨਾ ਕਰਕੇ ਅਸੀਂ ਨਹੀਂ ਪੜ੍ਹ ਸਕਦੇ, ਜਿਸ ਤਰ੍ਹਾਂ ਬੰਦ ਨਾ ਪਿੱਛੇ ਪੜ੍ਹਿਆ ਸੀ, ਇਸ ਨੂੰ ਅਸੀਂ ਨਾ ਵੱਖਰਾ ਕਰਕੇ ਨਹੀਂ ਪੜ੍ਹ ਸਕਦੇ। ਇੱਥੇ ਪੂਰਾ ਪੜ੍ਹਨਾ ਪੈਣਾ, ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਤਾਤ, ਇਹ ਸ਼ੁੱਧ ਹੋਏਗਾ। ਜੀ ਕਾ ਬੰਧਨ ਕਰਮ ਵਿਆਪ ਹੈ, ਜੀ ਕਾ ਬੰਧਨ, ਇੱਥੇ ਬੱਬੇ ਨੂੰ ਟਿੱਪੀ, ਦੱਦਾ ਨੰਨੇ ਨੂੰ ਔਂਕੜ ਹੈ, ਨੰਨਾ ਮੁਕਤਾ ਨਹੀਂ ਹੈ। ਜਿੱਥੇ ਆਖਰੀ ਨੰਨਾ ਮੁਕਤਾ ਨਾ ਹੋਵੇ ਉੱਥੇ ਉਸ ਨੂੰ ਵੱਖਰਾ ਕੇ ਅਸੀਂ ਨਹੀਂ ਪੜ੍ਹ ਸਕਦੇ। ਆਖਰੀ ਨੰਨਾ ਮੁਕਤਾ ਹੋਵੇ, ਪਿਛਲੇ ਅੱਖਰ ਨਾਲ ਕੋਈ ਮਾਤਰਾ ਲੱਗੀ ਹੋਵੇ, ਫਿਰ ਨੰਨਾ ਅਸੀਂ ਰਲਾ ਕੇ ਨਹੀਂ ਪੜ੍ਹ ਸਕਦੇ। ਇਹ ਤੁਸੀਂ ਨਿਯਮ ਲਾਗੂ ਕਰਕੇ ਦੇਖੋ, ਕਿਸ ਤਰ੍ਹਾਂ ਤੁਹਾਨੂੰ ਗੁਰਬਾਣੀ ਦੀ ਪੰਕਤੀਆਂ ਦੇ ਜਿਹੜੇ ਅਰਥ ਹਨ ਉਹ ਸਪਸ਼ਟ ਹੋਣਗੇ। ਕੁਝ ਸ਼ਬਦ ਜਿਨ੍ਹਾਂ ਦਾ ਨੰਨਾ ਮੁਕਤਾ ਹੈ, ਨੰਨਾ ਔਂਕੜ ਵਾਲਾ ਹੈ, ਸਿਆਰੀ ਵਾਲਾ ਹੈ, ਉਹਨਾਂ ਦੇ ਉਚਾਰਨ ਦੇਖੋ। ਬੱਬਾ ਟਿੱਪੀ ਤੱਦਾ ਨੰਨਾ, ਇਸ ਦਾ ਉਚਾਰਨ ਪੂਰਾ ਬੰਧਨ ਹੋਵੇਗਾ। ਬੱਬਾ ਟਿੱਪੀ ਦੱਦਾ ਨੰਨੇ ਨੂੰ ਔਂਕੜ, ਇਸ ਦਾ ਉਚਾਰਨ ਵੀ ਬੰਧਨ ਹੀ ਹੋਵੇਗਾ। ਇਹ ਨੰਨਾ ਵੱਖਰਾ ਨਹੀਂ ਹੋਏਗਾ ਕਿ ਨੰਨਾ ਔਂਕੜ ਵਾਲਾ ਹੈ। ਬੱਬਾ ਟਿੱਪੀ ਤੱਦਾ ਨੰਨੇ ਨੂੰ ਸਿਆਰੀ, ਇਹ ਵੀ ਵੱਖ ਨਹੀਂ ਹੋ ਸਕਦਾ, ਇਹਨੂੰ ਵੀ ਬੰਧਨ ਪੜ੍ਹਨਾ ਪੂਰਾ। ਦਰਸ਼ਨ ਦੱਦਾ ਰਾਰਾ ਸੱਸੇ ਨੂੰ ਔਂਕੜ, ਨੰਨਾ ਮੁਕਤਾ ਹੈ। ਇੱਥੇ ਅਸੀਂ ਦਰਸ਼ਨ ਨਹੀਂ ਪੜ੍ਹ ਸਕਦੇ, ਇਸ ਨੂੰ ਦਰਸ਼ ਨਾ ਪੜ੍ਹਾਂਗੇ, ਦਰਸ਼ ਨਾ ਹੋਣਾ ਵਾਲੀ ਗੱਲ, ਕਿਉਂਕਿ ਇੱਥੇ ਨੰਨਾ ਮੁਕਤਾ ਹੈ, ਇਸ ਤੋਂ ਪਹਿਲੇ ਸੱਸੇ ਨਾਲ ਔਂਕੜ ਲੱਗੀ ਹੋਈ ਹੈ। ਟੂਟ ਨਾ ਲਿਖਿਆ ਹੋਇਆ ਟੁੱਟਣ, ਟੂਟਣ ਟੈਂਕੇ ਨੂੰ ਦਰੋਂਕੜ, ਫਿਰ ਟੈਂਕੇ ਨੂੰ ਸਿਆਰੀ ਦੇ ਨੰਨਾ ਮੁਕਤਾ। ਇੱਥੇ ਨੰਨਾ ਮੁਕਤਾ ਹੈ ਔਰ ਇਸ ਤੋਂ ਪਿਛਲੇ ਅੱਖਰ ਟੈਂਕੇ ਨਾਲ ਸਿਆਰੀ ਲੱਗੀ ਹੋਈ ਹੈ, ਇਸ ਲਈ ਇਹ ਨੰਨਾ ਜੋੜ ਕੇ ਨਹੀਂ ਪੜ੍ਹਿਆ ਜਾ ਸਕਦਾ। ਇੱਥੇ ਟੂਟ ਨਾ ਪਾਠ ਕਰਨਾ ਪਏਗਾ। ਮੱਗ ਨਾ ਮੰਨੈ, ਮੱਗ ਨਾ ਚੱਲੈ ਪੰਥ, ਮੰਮਾ ਗੱਗਾ, ਗੱਗੇ ਨੂੰ ਔਂਕੜ ਹੈ, ਨੰਨਾ ਮੁਕਤਾ ਹੈ। ਨੰਨਾ ਮੁਕਤਾ ਹੈ, ਇਸ ਤੋਂ ਪਿਛਲੇ ਅੱਖਰ ਗੱਗੇ ਨੂੰ ਔਂਕੜ ਲੱਗੀ ਹੋਈ ਹੈ, ਇਸ ਲਈ ਇਹ ਇਕੱਠੇ ਨਹੀਂ ਪੜ੍ਹ ਸਕਦੇ। ਇੱਥੇ ਮੱਗ ਨਾ ਪੜ੍ਹਨਾ ਪਏਗਾ। ਸਰਵਨਨ, ਇੱਥੇ
ਸੱਸੇ ਨੂੰ ਪੈਰ ਰਾਰਾ, ਵੱਵਾ ਨੰਨੇ ਨੂੰ ਸਿਆਰੀ ਤੇ ਲਾਸ ਨੰਨਾ ਮੁਕਤਾ ਹੈ। ਇੱਥੇ ਸਰਵਨ ਨਾ ਪੜ੍ਹਨਾ ਪਏਗਾ ਕਿਉਂਕਿ ਨੰਨਾ ਮੁਕਤਾ ਹੈ ਤੇ ਪਿਛਲੇ ਨੰਨੇ ਨੂੰ ਸਿਆਰੀ ਲੱਗੀ ਹੋਈ ਹੈ। ਇਸ ਤਰ੍ਹਾਂ ਤਿਗਨਾ ਡੀਗਨਾ, ਡੱਡੇ ਨੂੰ ਬਿਹਾਰੀ, ਗੱਗੇ ਨੂੰ ਸਿਆਰੀ ਤੇ ਨੰਨਾ ਮੁਕਤਾ। ਲਾਸ ਨੰਨਾ ਮੁਕਤਾ ਹੈ, ਇਸ ਤੋਂ ਪਿਛਲੇ ਅੱਖਰ ਗੱਗੇ ਨੂੰ ਸਿਆਰੀ ਮਾਤਰਾ ਲੱਗੀ ਹੋਈ ਹੈ, ਮਾਤਰਾ ਸਹਿਤ ਆਇਆ, ਇਸ ਲਈ ਇੱਥੇ ਡਿੱਗਣ ਪਾਠ ਗਲਤ ਹੈ, ਡੀਗ ਨਾ ਪਾਠ ਹੋਏਗਾ। ਆपुन ਐੜਾ ਕੰਨਾ ਪੱਪੇ ਨੂੰ ਔਂਕੜ ਤੇ ਨੰਨਾ ਮੁਕਤਾ। ਇੱਥੇ ਆਪ ਨੂੰ ਪਾਠ ਕਰਨਾ ਗਲਤ ਹੈ, ਆਪ ਨਾ ਪਾਠ ਕਰਨਾ ਪਏਗਾ ਕਿਉਂਕਿ ਪੱਪੇ ਨੂੰ ਔਂਕੜ ਲੱਗੀ ਹੋਈ ਹੈ, ਨੰਨਾ ਲਾਸਟ ਵਾਲਾ ਮੁਕਤਾ ਹੈ। ਇੱਥੇ ਨੰਨਾ ਵੱਖਰਾ ਕਰਕੇ ਸਾਨੂੰ ਪੜ੍ਹਨਾ ਪਏਗਾ, ਆਪ ਨਾ ਪੜ੍ਹਨਾ ਪਏਗਾ। ਸੇਵਨਾ ਸੱਸੇ ਨੂੰ ਲਾਮ, ਵੱਵੇ ਨੂੰ ਸਿਆਰੀ ਤੇ ਨੰਨਾ ਮੁਕਤਾ। ਨੰਨਾ ਲਾਸਟ ਮੁਕਤਾ ਆ ਗਿਆ, ਪਿਛਲੇ ਅੱਖਰ ਵੱਵੇ ਨੂੰ ਸਿਆਰੀ ਲੱਗੀ ਹੋਈ ਹੈ, ਇੱਥੇ ਨਾ ਵੱਖ ਕਰਕੇ ਪੜ੍ਹਨਾ ਹੈ। ਇਸ ਤਰ੍ਹਾਂ ਸੇਵਨ ਨੰਨੇ ਨਾਲ ਸਿਆਰੀ ਆਈ ਹੈ, ਸੇਵਨ ਸੱਸੇ ਨੂੰ ਲਾਮ, ਵੱਵਾ ਨੰਨੇ ਨੂੰ ਸਿਆਰੀ। ਇਹ ਨੰਨਾ ਸਿਆਰੀ ਸਹਿਤ ਆਇਆ, ਇਸ ਲਈ ਇਹ ਨੰਨਾ ਵੱਖਰਿਆ ਕੇ ਨਹੀਂ ਪੜ੍ਹਿਆ ਜਾ ਸਕਦਾ, ਇੱਥੇ ਪੂਰਾ ਸੇਵਨ ਪੜ੍ਹਨਾ ਪੈਣਾ। ਜੋਹਨ, ਇੱਥੇ ਜੋਹਨ ਦਾ ਪਾਠ ਜੋਹਨ ਕਰਨਾ ਅਸ਼ੁੱਧ ਹੈ, ਜੋਹ ਨਾ ਕਰਨਾ ਪਏਗਾ ਕਿਉਂਕਿ ਜੱਜੇ ਨੂੰ ਓੜਾ, ਹਾਹੇ ਨੂੰ ਸਿਆਰੀ ਤੇ ਨੰਨਾ ਮੁਕਤਾ ਹੈ, ਲਾਸ ਨੰਨਾ ਮੁਕਤਾ ਹੈ, ਇਸ ਦੇ ਪਿਛਲੇ ਅੱਖਰ ਹਾਹੇ ਨੂੰ ਸਿਆਰੀ ਹੈ, ਇਹ ਜੋਹ ਨਾ ਪਾਠ ਕਰਨਾ ਪਏਗਾ। ਇਸ ਤਰ੍ਹਾਂ ਦਰਸ਼ਨ ਤੱਦਾ ਰਾਰਾ ਸੱਸਾ ਨੰਨੇ ਨੂੰ ਔਂਕੜ, ਲਾਸਟ ਨੰਨਾ ਮੁਕਤਾ ਨਹੀਂ ਹੈ, ਇਸ ਲਈ ਇਹ ਵੱਖ ਨਹੀਂ ਕੀਤਾ ਜਾ ਸਕਦਾ, ਇਸ ਦਾ ਪੂਰਾ ਪਾਠ ਦਰਸ਼ਨ ਹੋਵੇਗਾ। ਇਸ ਤਰ੍ਹਾਂ ਟੁੱਟਣ ਟੂਟਨ, ਟੈਂਕੇ ਨੂੰ ਦਲੋਂਕੜ, ਟੈਂਕਾ ਫਿਰ ਨੰਨਾ ਸਿਆਰੀ ਸਹਿਤ ਆਇਆ ਹੈ, ਨੰਨਾ ਮੁਕਤਾ ਨਹੀਂ ਹੈ, ਇਸ ਲਈ ਵੱਖ ਨਹੀਂ ਪੜ੍ਹਿਆ ਜਾ ਸਕਦਾ, ਇਸ ਨੂੰ ਟੂਟਨ ਪੜ੍ਹਨਾ ਪਏਗਾ। ਮਗਨ ਮੰਮਾ ਗੱਗਾ ਨੰਨੇ ਨੂੰ ਔਂਕੜ ਆਈ ਹੈ, ਨੰਨਾ ਮੁਕਤਾ ਨਹੀਂ ਹੈ, ਇਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਇਸ ਨੂੰ ਅਸੀਂ ਮਗਨ ਪੜ੍ਹਾਂਗੇ। ਸਰਵਣਨ, ਇੱਥੇ ਸੱਸੇ ਪੈਰ ਰਾਰਾ, ਵੱਵਾ ਤੇ ਅੱਗੇ ਦੋਏ ਨੰਨੇ ਮੁਕਤੇ ਨੇ, ਇਸ ਲਈ ਇੱਥੇ ਸਰਵਣਨ ਪਾਠ ਹੀ ਹੋਵੇਗਾ। ਡੀਗਨ, ਡੱਡੇ ਨੂੰ ਵਿਹਾਰੀ, ਗੱਗਾ ਵੀ ਮੁਕਤਾ, ਲਾਸ ਨੰਨਾ ਵੀ ਮੁਕਤਾ, ਇਹ ਡੀਗਨ ਪਾਠ, ਕਿਉਂਕਿ ਇਹ ਨੰਨਾ ਵੱਖਰਾ ਤਾਂ ਹੁੰਦਾ ਸੀ ਜੇ ਸਿਆਰੀ ਗੱਗੇ ਨਾਲ ਸਿਆਰੀ ਲੱਗੀ ਹੁੰਦੀ, ਇੱਥੇ ਵਿਹਾਰੀ ਲੱਗੀ ਹੈ ਡੱਡੇ ਨਾਲ, ਗੱਗਾ ਵੀ ਮੁਕਤਾ ਨੰਨਾ ਵੀ ਮੁਕਤਾ ਹੈ, ਇਸ ਲਈ ਇਹ ਵੀ ਪਾਠ ਡੀਗਨ ਹੋਏਗਾ, ਨਾ ਵੱਖ ਨਹੀਂ ਹੋਏਗਾ। ਆਪਨ ਐੜਾ ਕੰਨਾ ਪੱਪਾ ਤੇ ਨੰਨਾ ਮੁਕਤਾ, ਪੱਪਾ ਵੀ ਮੁਕਤਾ ਨੰਨਾ ਵੀ ਮੁਕਤਾ, ਇਸ ਲਈ ਇਸ ਦਾ ਪਾਠ ਆਪ ਨਾ ਕਰਕੇ ਕਰਨਾ ਗਲਤ ਹੋਏਗਾ, ਨੰਨਾ ਵੱਖ ਨਹੀਂ ਕੀਤਾ ਜਾਏਗਾ। ਆਪਨ ਹੀ ਪਾਠ ਜਿਹੜਾ ਹੈ ਸਹੀ ਪਦ ਛੇਦ ਇਹ ਬਣਦਾ ਹੈ ਔਰ ਇਹ ਸਹੀ ਅਰਥ ਬਣਦੇ ਹਨ। ਇਹ ਵੀ ਖਿਆਲ ਰੱਖਣਾ ਹੈ ਕਿ ਜਿਹੜੇ ਲਫ਼ਜ਼ ਕਦੇ ਆਖਰੀ ਨੰਨੇ ਨਾਲ ਆਉਂਦੇ ਨੇ, ਕਦੇ ਅਨਾ ਨਾਲ ਆਉਂਦੇ ਨੇ, ਐਸੇ ਵੀ ਗੁਰਬਾਣੀ ਵੀ ਸ਼ਬਦ ਆਏ ਨੇ ਜਿਹੜੇ ਅਨਾ ਨਾਲ ਵੀ ਲਿਖੇ ਮਿਲਦੇ ਨੇ ਤੇ ਨੰਨੇ ਨਾਲ ਵੀ ਲਿਖੇ ਮਿਲਦੇ ਨੇ, ਉਹਨਾਂ ਉੱਤੇ ਨਿਯਮ ਨਹੀਂ ਜੀ ਲਾਗੂ ਹੁੰਦਾ। ਜਿਸ ਤਰ੍ਹਾਂ ਨਾਰਾਇਣ ਅਨਾਣਾ ਨਾਲ ਵੀ ਆਇਆ ਹੈ ਤੇ ਨੰਨੇ ਨਾਲ ਵੀ ਆਇਆ ਹੈ, ਰਸਾਇਣ ਅਨਾਣੇ ਨਾਲ ਵੀ ਆਇਆ ਤੇ ਨੰਨੇ ਨਾਲ ਵੀ ਆਇਆ ਹੈ, ਪਲਾਇਨ ਨੰਨੇ ਨਾਲ ਵੀ ਤੇ ਅਨਾਣੇ ਨਾਲ ਵੀ, ਗਾਇਨ ਨੰਨੇ ਨਾਲ ਵੀ ਤੇ ਅਨਾਣੇ ਨਾਲ ਵੀ, ਕੌਣ ਕੌਣ ਅਨਾਣੇ ਨਾਲ ਵੀ ਤੇ ਨੰਨੇ ਨਾਲ ਵੀ ਹੈ। ਇਹ 4-5 ਲਫ਼ਜ਼ ਜਿਹੜੇ ਨੇ ਇਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਕਿ ਅਗਰ ਆਖਰੀ ਨੰਨਾ ਮੁਕਤਾ ਹੋਵੇ ਜਾਂ ਅਨਾਣਾ ਮੁਕਤਾ ਹੋਵੇ ਤੇ ਪਿਛਲੇ ਅੱਖਰ ਨਾਲ ਮਾਤਰਾ ਲੱਗੀ ਹੋਵੇ ਤੇ ਉਹ ਨੰਨਾ ਵੱਖਰਾ ਕਰਕੇ ਪੜ੍ਹਿਆ ਜਾਏਗਾ ਜਾਂ ਅਨਾਣਾ ਨਹੀਂ, ਇਹ ਨਿਯਮ ਇਹਨਾਂ ਉੱਤੇ ਲਾਗੂ ਨਹੀਂ ਹੋਏਗਾ। ਇਹਨਾਂ ਤੋਂ ਇਲਾਵਾ ਬਾਕੀ ਸਾਰੇ ਸ਼ਬਦਾਂ ਉੱਪਰ ਨਿਯਮ ਲਾਗੂ ਹੁੰਦਾ ਹੈ ਕਿ ਜੇ ਸ਼ਬਦ ਦਾ ਆਖਰੀ ਨੰਨਾ ਮੁਕਤਾ ਹੋਵੇ, ਉਸ ਦੇ ਪਿਛਲੇ ਅੱਖਰ ਨਾਲ ਕੋਈ ਮਾਤਰਾ ਲੱਗੀ ਹੋਵੇ, ਉਹ ਨੰਨਾ ਫਿਰ ਪਿਛਲੇ ਸ਼ਬਦ ਨਾਲ ਜੁੜ ਕੇ ਨਹੀਂ ਬੋਲਿਆ ਜਾਏਗਾ, ਨੰਨਾ ਵੱਖਰਾ ਬੋਲਿਆ ਜਾਏਗਾ। ਜੇ ਆਖਰੀ ਨੰਨਾ ਮਾਤਰਾ ਵਾਲਾ ਹੋਵੇ, ਔਂਕੜ ਸਿਆਰੀ ਕੁਛ ਵੀ ਲੱਗਾ ਹੋਵੇ, ਤਾਂ ਪਿਛਲੇ ਸ਼ਬਦ ਨਾਲ ਉਹਨੂੰ ਤੋੜ ਕੇ ਵੱਖ ਕਰਕੇ ਪੜ੍ਹਨਾ ਜਿਹੜਾ ਹੈ ਅਸ਼ੁੱਧ ਹੋਏਗਾ, ਅਰਥ ਵੀ ਗਲਤ ਨਿਕਲਣਗੇ। ਇੱਕ ਸੰਧੀ ਵਾਲਾ ਨਿਯਮ ਹੈ ਕਿ 2 ਲਫ਼ਜ਼ਾਂ ਦੀ ਸੰਧੀ ਨਾਲ ਇੱਕ ਸ਼ਬਦ ਬਣਿਆ ਗਿਆ। ਉਹ ਕੁਝ ਸ਼ਬਦ ਗੁਰਬਾਣੀ ਜਿਹੜੇ ਆਏ ਨੇ ਉਹਨਾਂ ਦੀ ਵਿਚਾਰ ਕਰ ਲਈਏ ਕਿ ਉਹਨਾਂ ਦਾ ਸੰਧੀ ਕਿੱਥੋਂ ਹੋਈ ਹੈ, ਉਹ ਗੱਲ ਸਮਝਣੀ ਹੈ। ਜਿਸ ਤਰ੍ਹਾਂ ਲਫ਼ਜ਼ ਹੈ ਗਮ, ਗੱਗਾ ਟਿੱਪੀ ਮੰਮਾ ਗਮ ਮੈਨੇ ਪਹੁੰਚ, ਤੇ ਇਹਦੇ ਪਿੱਛੇ ਐੜਾ ਲੱਗ ਕੇ ਅਗਮ ਪਾਠ ਹੈ, ਅਗਮ, ਤੋ ਇਹ ਇਸ ਅਗਮ ਅਗ ਇਕੱਠਾ ਦੇ ਮਾਂ ਵੱਖਰਾ ਕਰਕੇ ਪੜ੍ਹਨਾ ਅਗਮ, ਇਹ ਗਲਤ ਹੈ। ਅਗਮ ਐ ਵੱਖਰਾ, ਗਮ ਵੱਖਰਾ, ਜਦੋਂ ਪੜ੍ਹਨਾ ਅਗਮ ਪੜ੍ਹਨਾ ਹੈ। ਕਈ ਅਗਮਾ ਅਗਮਾ ਪੜ੍ਹਦੇ ਨੇ, ਅਗਮਾ ਅਗਮਾ ਨਹੀਂ ਪੜ੍ਹਨਾ, ਅਗਮ ਅਗਮ, ਅਗਮ ਅਗਮ, ਕਿਉਂਕਿ ਐੜਾ ਤੇ ਗਮ ਦੀ ਸੰਧੀ ਨਾਲ ਲਫ਼ਜ਼ ਬਣਿਆ। ਇਸ ਤਰ੍ਹਾਂ ਅਲਿਪਤ, ਲਿਪਤ ਤੇ ਅਲਿਪਤ ਇਹ 2 ਸੰਧੀਆਂ ਨੇ, ਇਸ ਵਾਸਤੇ ਆ ਵੱਖਰਾ ਤੇ ਲਿਪਤ ਵੱਖਰਾ, ਅਲਿਪਤ
ਅਲਪਿਤ ਪੜ੍ਹਨਾ ਗਲਤ ਹੈ, ਅਲਿਪਤ, ਅਲਿਪਤ ਸ਼ੁੱਧ ਪਾਠ ਹੈ। ਇਸ ਤਰ੍ਹਾਂ ਅਗਣਿਤ, ਗਣਿਤ ਇਹਦੇ ਨਾਲ ਆ ਲੱਗ ਕੇ ਦੋ ਸੰਧੀਆਂ ਹੋਈਆਂ, ਆ ਗਣਿਤ, ਇਸ ਲਈ ਇਹਦਾ ਅਗਣਿਤ ਪੜ੍ਹਨਾ ਗਲਤ ਹੈ, ਅਗਣਿਤ ਨਹੀਂ ਹੈ, ਅਗਣਿਤ, ਅਗਣਿਤ। ਸੁਰ ਤੇ ਅਸੁਰ, ਲਿਹਾਜ਼ਾ ਐੜਾ ਵੱਖਰਾ ਤੇ ਸੁਰ ਵੱਖਰਾ, ਇਹਦਾ ਜਦੋਂ ਪਾਠ ਹੋਣਾ ਆਸੁਰ ਹੋਣਾ, ਅਸੁਰ ਹੋਣਾ। ਇਸ ਤਰ੍ਹਾਂ ਅਪਰਸ, ਪਰਸ ਤੇ ਅਪਰਸ, ਪਰਸ ਦੇ ਨਾਲ ਆ ਲੱਗ ਕੇ ਇਹ ਸੰਧੀ ਹੋਈ ਹੈ ਅਪਰਸ, ਤੇ ਇਸ ਨੂੰ ਅਪਰਸ ਪੜ੍ਹਨਾ ਗਲਤ ਹੈ। ਇਸ ਤਰ੍ਹਾਂ ਅਕੁਲ, ਐੜਾ ਵੱਖਰਾ ਤੇ ਕੱਕਾ ਉਂਕਲ ਲੱਲਾ ਕੁੱਲ ਨਾਲ ਆ ਲੱਗਾ ਹੈ। ਜਿਸ ਤਰ੍ਹਾਂ ਜੂਨੀ ਨਾਲ ਅਜੂਨੀ, ਜਿਸ ਤਰ੍ਹਾਂ ਕਾਲ ਨਾਲ ਅਕਾਲ, ਤੇ ਆ ਤੇ ਪਲਸ ਕਾਲ, ਜੂਨੀ ਪਲਸ ਅਜੂਨੀ, ਇਸੇ ਅਜ ਨੂੰ ਪੜ੍ਹਾਂਗੇ ਤਾਂ ਗਲਤ ਹੈ। ਤੋ ਇਸੇ ਤਰ੍ਹਾਂ ਇਹ ਕੁਝ ਲਫ਼ਜ਼ ਹੋਰ ਵੀ ਨੇ ਜਿਹੜੇ ਅਸੀਂ ਇਸ ਤਰ੍ਹਾਂ ਪੜ੍ਹਦੇ ਟਾਈਮ ਖਿਆਲ ਰੱਖਣਾ ਹੈ ਕਿ ਉਹ ਸੰਧੀ ਕਿੱਥੇ ਹੋਈ ਹੈ, ਉੱਥੋਂ ਲਫ਼ਜ਼ ਨੂੰ ਥੋੜ੍ਹਾ ਤੋੜ ਕੇ ਅਸੀਂ ਪਾਠ ਕਰਨਾ ਹੈ, ਤਾਂ ਜਾ ਕੇ ਸਾਨੂੰ ਸਮਝ ਸਹੀ ਆਵੇਗੀ। ਅਜਗਰ, ਅਜਗਰ ਇੱਕ ਨਾਗ ਦਾ ਨਾਂ ਹੈ, ਤੋ ਇਹ ਅਜਗਰ ਹੀ ਪੜ੍ਹਿਆ ਜਾਏਗਾ। ਅਜ ਪਲਸ ਗਰ, ਅਜਗਰ, ਅਜਗਰ ਪੜ੍ਹਨ ਲੱਗਾਂਗੇ ਤੇ ਗਲਤ ਹੋਵੇਗਾ। ਇਸ ਤਰ੍ਹਾਂ ਅਸਚਰਜ, ਐੜਾ ਸੱਸਾ ਅਸ, ਚੱਚਾ ਰਾਰਾ ਚਰਜ, ਅਸਚਰਜ। ਲੇਕਿਨ ਇਸੇ ਦੇ ਨਾਲ ਦੂਆ ਲਫ਼ਜ਼ ਆਚਰਜ ਵੀ ਹੈ, ਆਚਰਜ, ਐੜਾ ਕੰਨਾ ਚੱਚਾ ਰਾਰਾ ਜੱਜਾ ਆਚਰਜ, ਐੜਾ ਕੰਨੇ ਨਾਲ ਵੀ ਆਉਂਦਾ ਹੈ ਤੇ ਖਾਲੀ ਐੜਾ ਚੱਚਾ ਰਾਰਾ ਜੱਜਾ ਵੀ ਆਉਂਦਾ ਹੈ। ਐੜਾ ਚੱਚਾ ਰਾਰਾ ਜੱਜਾ ਜਦੋਂ ਆਉਂਦਾ ਹੈ ਤੇ ਅਸੀਂ ਇਸਨੂੰ ਅਚਰਜ ਪੜ੍ਹਦੇ ਹਾਂ ਅਕਸਰ, ਅਚਰਜ ਨਹੀਂ ਹੈ, ਅਚਰਜ ਹੈ, ਚਰਜ ਤੇ ਅਚਰਜ। ਇਹ ਖਿਆਲ ਰੱਖਣਾ ਹੈ ਕਿ ਸੰਧੀ ਕਿੱਥੋਂ, ਦੋ ਲਫ਼ਜ਼ ਕਿੱਥੇ ਜੁੜੇ ਹੋਏ ਨੇ, ਜਿੱਥੋਂ ਜੁੜੇ ਨੇ ਉੱਥੋਂ ਅਸੀਂ ਇਹਦਾ ਥੋੜ੍ਹਾ ਜਿਹਾ ਰੁਕ ਕੇ ਪੜ੍ਹਨਾ ਹੈ। ਅਚਰਜ, ਅਚ ਤੇ ਰਜ, ਇਹ ਉਹ ਗਲਤ ਜਗ੍ਹਾ ਤੋਂ ਨਹੀਂ ਤੋੜਨਾ, ਉਸ ਤਰ੍ਹਾਂ ਗਲਤ ਪਾਠ ਹੁੰਦਾ ਅਚਰਜ। ਅਘਨ, ਘਨ ਤੇ ਅਘਨ, ਇਹ ਹੈ ਸਹੀ ਜਿਹੜਾ ਉਚਾਰਨ ਜਿਹੜਾ ਹੈ। ਤੋ ਇਹ ਅਸੀਂ ਖਿਆਲ ਰੱਖਣਾ ਹੈ, ਜਿਹੜੇ ਸੰਧੀ ਵੇਲੇ ਦੋ ਲਫ਼ਜ਼ਾਂ ਦੇ ਜੋੜ ਨਾਲ ਲਫ਼ਜ਼ ਬਣਦੇ ਨੇ, ਇਹਨਾਂ ਦਾ ਉਚਾਰਨ ਕਿਸ ਤਰ੍ਹਾਂ ਕਰਨਾ। ਅੱਜ ਅਸੀਂ ਦੋ ਨਵੇਂ ਵਿਚਾਰੇ ਨੇ, ਨੰਨਾ ਵਾਲੇ ਤੇ ਸੰਧੀ ਵਾਲੇ ਲਫ਼ਜ਼ਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।